ਅਗਲੀ ਖਬਰ ਵੱਲ ਚਲੀਏ। ਜਿਹੜੇ ਨਵੇਂ ਚੁਣੇ ਗਏ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਹੈਗੇ ਆ, ਉਹਨਾਂ ਨੇ ਟੈਰਿਫ ਦੇ ਸੰਬੰਧ ਦੇ ਵਿੱਚ ਆਪਣੇ ਦੋਨੋਂ ਹੀ ਜਿਹੜੇ ਗੁਆਂਢੀ ਮੁਲਕ ਆ, ਕੈਨੇਡਾ ਤੇ ਮੈਕਸੀਕੋ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ 25% ਟੈਰਿਫ ਹੋਰ ਵਧਾਉਣਗੇ। ਉਸ ਨੂੰ ਲੈ ਕੇ ਦੋਨਾਂ ਮੁਲਕਾਂ ਦੇ ਜਿਹੜੇ ਲੀਡਰਸ ਆ ਕਾਫੀ ਅਪਸੈਟ ਹੈਗੇ ਆ, ਤੇ ਉਹ ਵੀ ਬਿਆਨ ਦੇ ਰਹੇ ਆ ਤੇ ਨਾਲ ਦੀ ਨਾਲ ਇਹ ਵੀ ਕਹਿ ਰਹੇ ਆ ਵੀ ਇਹਦੇ ਨਾਲ 4 ਲੱਖ ਨੌਕਰੀਆਂ USA ਦੇ ਵਿੱਚੋਂ ਚਲੇ ਜਾਣਗੀਆਂ। ਰਿਊਟਰਸ ਦੇ ਮੁਤਾਬਕ ਮੈਕਸੀਕੋ ਨੇ ਵਾਰਨਿੰਗ ਦਿੱਤੀ ਆ ਵੀ ਟਰੰਪ ਹੋਣਾ ਦੇ ਜੋ ਟੈਰਿਫਸ ਆ ਉਹ 4 ਲੱਖ US ਦੀਆਂ ਜੌਬਸ ਨੂੰ ਕਿਲ ਕਰ ਦੇਣਗੇ। ਸੋ 4 ਲੱਖ ਲੋਕ ਜੌਬ ਤੋਂ ਬਿਨਾਂ, ਨੌਕਰੀਆਂ ਤੋਂ ਬਿਨਾਂ ਹੋ ਜਾਣਗੇ। ਮੈਕਸੀਕੋ ਨੇ ਇਹ ਕਿਹਾ ਵੀ ਜੇ ਟਰੰਪ ਹੋਣੀ ਜਾਂ ਅਮਰੀਕਾ ਟੈਰਿਫ ਇਨਕਰੀਜ਼ ਕਰਦਾ ਤੇ ਅਸੀਂ ਵੀ ਇਨਕਰੀਜ਼ ਕਰਾਂਗੇ। ਸ਼ੀਨਬੌਮ ਜੋ ਉੱਥੇ ਦੀ ਪ੍ਰੈਜ਼ੀਡੈਂਟ ਹੈਗੀ ਆ, ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ। ਮੈਕਸੀਕੋ ਦੇ ਇਕਨੋਮੀ ਮਿਨਿਸਟਰ ਮਾਰਸੈਲੋ ਐਵਾਰਡ ਜੋ ਆ, ਉਹਨਾਂ ਨੇ ਸ਼ੈਨਵਰਨ ਦਾ ਸਾਥ ਦਿੱਤਾ ਹੈਗਾ। ਉਹਨਾਂ ਨੇ ਕਿਹਾ ਵੀ ਰੀਜਨਲ ਕੋਆਪਰੇਸ਼ਨ ਚਾਹੀਦੀ ਹੈਗੀ ਆ, ਨਾ ਕਿ ਇੱਕ ਤਰ੍ਹਾਂ ਦੇ ਨਾਲ ਜਿਹੜੇ ਟੈਕਸਸ ਆ ਉਹ ਗੁਆਂਢੀ ਮੁਲਕਾਂ ਤੇ ਵਧਾਏ ਜਾਣ। ਕਹਿੰਦੇ ਵੀ ਇਹ ਤਾਂ ਇਸ ਤਰ੍ਹਾਂ ਆ, ਐਵਾਰਡ ਜੋ ਕਹਿ ਰਿਹਾ ਵੀ ਕਿਸੇ ਨੂੰ ਪੈਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਹੋਵੇ। USMCA ਟ੍ਰੇਡ ਡੀਲ ਮੈਕਸੀਕੋ, ਕੈਨੇਡਾ ਤੇ USA ਦੇ ਵਿੱਚ ਆ। ਸੋ ਇਹਦਾ ਮਤਲਬ ਕਹਿੰਦੇ ਇਹੀ ਆ ਵੀ ਇਸ ਨੂੰ ਅਮਰੀਕਾ ਵਾਲੇ ਵਾਇਲੇਟ ਕਰਨਗੇ। ਐਵਰਾਰਡ ਨੇ ਵਾਰਨਿੰਗ ਦਿੱਤੀ ਆ ਇਹਦੇ ਨਾਲ US ਦੀਆਂ ਜੌਬ ਜਾਣਗੀਆਂ ਤੇ US ਦੀਆਂ ਕੰਪਨੀਆਂ ਜੋ ਮੈਕਸੀਕੋ ਦੇ ਵਿੱਚ ਪ੍ਰੋਡਕਸ਼ਨ ਕਰ ਰਹੀਆਂ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਅਸਰ ਆ ਉਹ ਪਊਗਾ। ਜਿਹੜੇ ਟੈਰਿਫਸ ਆ ਇਹ ਆਟੋਮੋਟਿਵ ਪਾਰਟਸ ਦੇ ਉੱਤੇ ਜੋ ਕ੍ਰਾਸ ਬਾਰਡਰ ਐਕਸਪੋਰਟਰਸ ਹੈਗੇ ਆ, ਸਪੈਸ਼ਲੀ ਕੈਨੇਡਾ ਦੇ ਵਿੱਚ ਵੀ, ਉਹਨਾਂ ਦੇ ਉੱਤੇ ਵੀ ਇਹਦਾ ਬਹੁਤ ਵੱਡਾ ਅਸਰ ਪਊਗਾ। ਫੋਰਡ, ਜਨਰਲ ਮੋਟਰ, ਸਟੈਲੈਂਟਿਸ, ਇਹ ਸਾਰੀਆਂ ਕੰਪਨੀਆਂ ਪਾਰਟਸ ਕੈਨੇਡਾ ਦੇ ਵਿੱਚ ਬਣਾਉਂਦੀਆਂ, ਅਮਰੀਕਾ ਦੇ ਵਿੱਚ ਮੈਕਸੀਕੋ ਦੇ ਵਿੱਚ ਵੀ ਬਣਾਉਂਦੀਆਂ ਹੈਗੀਆਂ। ਮੈਕਸੀਕੋ USA ਦਾ ਸਭ ਤੋਂ ਵੱਡਾ ਟ੍ਰੇਡ ਪਾਰਟਨਰਸ ਹੈਗਾ, ਖਾਸ ਕਰਕੇ ਆਟੋਮੋਟਿਵ ਇੰਡਸਟਰੀ ਦੇ ਮਾਮਲੇ ਦੇ ਵਿੱਚ। 25% ਨਾਰਥ ਅਮਰੀਕਾ ਦੀ ਜਿਹੜੀ ਵਹੀਕਲ ਪ੍ਰੋਡਕਸ਼ਨ ਆ ਉਹ ਮੈਕਸੀਕੋ ਦੇ ਵਿੱਚ ਹੁੰਦੀ ਆ। ਤੇ ਐਨਾਲਿਸਟ, ਖਾਸ ਕਰਕੇ ਜੋ ਵਾਰਕਲੇਸ ਦੇ ਉੱਤੇ ਐਨਾਲਿਸਟ ਆ, ਉਹਨਾਂ ਨੇ ਇਹ ਕਿਹਾ ਆ ਵੀ 25% ਟੈਰਿਫ ਵਧਾਉਣ ਦੇ ਨਾਲ ਜੋ ਉਹਨਾਂ ਦਾ ਪ੍ਰੋਫਿਟ ਮਾਰਜਨ ਆ ਉਹ ਸਾਰਾ ਕੁਝ ਜ਼ੀਰੋ ਹੋ ਜਾਊਗਾ। ਸੋ ਡੈਟਰੋਇਟ ਦੇ 3 ਆਟੋ ਮੇਕਰਸ ਆ ਉਹ ਇਹਦੇ ਨਾਲ ਬਹੁਤ ਜ਼ਿਆਦਾ ਹਰਟ ਹੋਣਗੇ। ਬਲੈਂਕਟ 25% ਟੈਰਿਫ ਕਾਰਾਂ ਦੇ ਉੱਤੇ ਜਾਂ ਉਹਨਾਂ ਦੇ ਸਮਾਨ ਦੇ ਉੱਤੇ ਮੈਕਸੀਕੋ ਤੋਂ, ਕੈਨੇਡਾ ਤੋਂ, ਇਹ ਇੱਕ ਤਰ੍ਹਾਂ ਨਾਲ ਡਿਸਟਰਪਟਿਵ ਹੋਊਗਾ। ਇਨਵੈਸਟਰਸ ਨੇ ਇਹ ਕਿਹਾ ਵੀ ਇਹ ਇੱਕ ਸਟਾਕ ਮਾਰਕੀਟ ਦੇ ਵਿੱਚ ਵੀ ਬਹੁਤ ਵੱਡਾ ਅਸਰ ਕਰੂਗਾ। ਟਰੰਪ ਹੋਣਾ ਦੀ ਪ੍ਰੈਸ ਟੀਮ ਤੇ ਇਸ ਤੋਂ ਬਿਨਾਂ ਫੋਰਡ, ਸਟੈਲੈਂਟਿਸ, ਇਹਨਾਂ ਨੇ ਹਜੇ ਕੋਈ ਰਿਸਪੌਂਡ ਇਸ ਸਬੰਧ ਦੇ ਵਿੱਚ ਨਹੀਂ ਕੀਤਾ। USMCA ਇਹਦਾ ਜਿਹੜਾ ਰਿਵਿਊ ਹੋਣਾ ਹੈਗਾ 2026 ਦੇ ਵਿੱਚ। ਕਾਟੀਆ ਗੋਇਆ ਕਰਕੇ ਡਾਇਰੈਕਟਰ ਹੈਗੇ ਇੰਟਰਨੈਸ਼ਨਲ ਇਕਨੋਮਿਕ ਗਰੁੱਪੋ ਫਾਈਨੈਂਸੀਅਰੋ ਬੈਨੋਰਟੇ ਤੇ, ਉਹਨਾਂ ਨੇ ਇਹ ਕਿਹਾ ਵੀ ਤਿੰਨੇ ਜਿਹੜੇ ਮੁਲਕ ਆ USMCA ਵਾਲੇ, ਇਹਨਾਂ ਨੂੰ ਨੈਗੋਸ਼ੀਏਸ਼ਨ ਕਰਨੀ ਪਊਗੀ ਹਰ ਇੱਕ ਮੁਲਕ ਨੂੰ। ਏਦਾਂ ਨਹੀਂ ਵੀ ਇੱਕ ਮੁਲਕ ਜੋ ਆ ਉਹ ਇੰਨਾ ਜ਼ਿਆਦਾ ਟੈਰਿਫ ਵਧਾ ਦੇ। ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ, ਕਹਿੰਦੇ ਪਈ USMCA ਦੇ ਅੰਡਰ ਮੈਕਸੀਕੋ ਤੋਂ ਇਸ ਸਾਲ ਪਹਿਲੇ 9 ਮਹੀਨਿਆਂ ਦੇ ਵਿੱਚ $1.78 ਟ੍ਰਿਲੀਅਨ ਦਾ ਜਿਹੜਾ ਟ੍ਰੇਡ ਆ ਉਹ ਹੋ ਚੁੱਕਾ ਆ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਲਗਭਗ $2.5 ਟ੍ਰਿਲੀਅਨ ਦਾ ਜਿਹੜਾ ਟ੍ਰੇਡ ਆ ਉਹ ਮੈਕਸੀਕੋ ਤੋਂ ਕੈਨੇਡਾ ਦੇ ਵਿੱਚ ਹੁੰਦਾ ਹੈਗਾ। ਸੋ ਜੇ ਟੈਰਿਫ ਸੱਚਮੁੱਚ ਹੀ ਵੱਧ ਜਾਂਦੇ ਆ, ਉਹਦੇ ਨਾਲ ਬਹੁਤ ਸਾਰਾ ਸਮਾਨ, ਬਹੁਤ ਸਾਰੀਆਂ ਜੋ ਚੀਜ਼ਾਂ ਆ ਉਹ USA ਨੂੰ ਆਉਂਦੀਆਂ ਆ, ਉਹਨਾਂ ਦੀਆਂ ਕੀਮਤਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਜਾਊਗਾ। ਜਿਸ ਤਰ੍ਹਾਂ ਕਾਰਾਂ ਜਾਂ ਕਾਰਾਂ ਦੇ ਪਾਰਟਸ, ਉਹ ਤੁਹਾਨੂੰ ਮੈਂ ਦੱਸਿਆ ਆ। ਇਸ ਤੋਂ ਬਿਨਾਂ ਇਲੈਕਟ੍ਰੋਨਿਕ ਦਾ ਜਿਹੜਾ ਸਮਾਨ ਹੈਗਾ ਆ, ਕਹਿੰਦੇ ਪਈ ਅਮਰੀਕਨ ਕੰਜ਼ਿਊਮਰਸ $90 ਬਿਲੀਅਨ ਜੋ ਇਲੈਕਟ੍ਰੋਨਿਕ ਦਾ ਸਮਾਨ ਆ ਉਹਦੇ ਉੱਤੇ ਸਪੈਂਡ ਕਰਦੇ ਆ, ਖਾਸ ਕਰਕੇ TVs, ਹੈਡਫੋਨ, ਲੈਪਟਾਪ, ਟੇਬਲੇਟਸ, ਵੀਡੀਓ ਗੇਮਸ, ਸਮਾਰਟਫੋਨਸ, ਹੋਰ ਇਲੈਕਟ੍ਰੋਨਿਕ ਦਾ ਸਮਾਨ। ਤੇ ਕਹਿੰਦੇ ਵੀ 10% ਟੈਰਿਫ ਚਾਈਨੀਜ਼ ਇੰਪੋਰਟ ਦੇ ਉੱਤੇ ਜੇ ਲੱਗੂਗਾ ਤੇ ਉਹਦਾ ਜਿਹੜਾ ਅਸਰ ਆ ਉਹ ਵੀ ਆਮ ਜੋ ਅਮਰੀਕਨ ਆ ਉਹਨਾਂ ਦੇ ਉੱਤੇ ਪਊਗਾ।
ਸੋ ਤੁਹਾਡਾ ਜਿਹੜਾ ਘਰਾਂ ਦੇ ਵਿੱਚ ਜਿਹੜਾ ਸਮਾਨ ਆਪਾਂ ਜਦੋਂ ਖਰੀਦਾਂਗੇ ਤੇ ਉਹ ਕਾਫੀ ਮਹਿੰਗਾ ਹੋਊਗਾ। ਇੱਕ ਤਾਂ ਇਹ ਹੋ ਗਿਆ ਇਲੈਕਟ੍ਰੋਨਿਕ ਦਾ, ਕਿਉਂਕਿ ਬੈਸਟ ਬਾਈ ਦੇ CEO ਕੋਰੀ ਬੈਰੀ ਉਹਨਾਂ ਨੇ ਵੀ ਇਹ ਕਿਹਾ ਵੀ ਕੰਪਨੀ ਦੀਆਂ ਜੋ ਅਰਨਿੰਗਸ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਸੋ ਦੂਸਰਾ ਹੈਗਾ ਫੁੱਟਵੀਅਰ ਦਾ, ਸ਼ੂਜ਼ ਵਗੈਰਾ ਦਾ। ਫੁੱਟਵੀਅਰ ਜੋ ਆ ਇਹ ਅਗਲੀ ਗੁੱਡ ਕੈਟਾਗਰੀ ਹੈਗੀ ਆ। ਫੁੱਟਵੀਅਰ ਡਿਸਟ੍ਰੀਬਿਊਟਰਸ ਤੇ ਰਿਟੇਲਰਸ ਆਫ ਅਮਰੀਕਾ ਜੋ FDRA ਹੈਗੇ, ਕਹਿੰਦੇ ਵੀ 99% ਫੁੱਟਵੀਅਰ ਜੋ ਅਮਰੀਕਾ ਦੇ ਵਿੱਚ ਸੋਲਡ ਕੀਤੇ ਜਾਂਦੇ ਆ ਉਹ ਬਾਹਰ ਹੀ ਬਣਦੇ ਆ। ਸੋ ਹੁਣ ਉਹ ਹਿਸਾਬ ਲਾ ਲਓ ਵੀ ਜੇ ਉਹਨਾਂ ਦੇ ਉੱਤੇ 25% ਟੈਰਿਫ ਲੱਗਦਾ ਆ ਤੇ ਉਹ ਨੈਚੁਰਲੀ ਫਿਰ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਊਗਾ। ਸੋ 56% ਫੁੱਟਵੀਅਰ ਕੱਲੇ ਚਾਈਨਾ ਤੋਂ ਹੀ ਆਉਂਦੇ ਆ। ਸੋ ਜੋ ਟੈਰਿਫ ਚਾਈਨੀਜ਼ ਗੁੱਡਸ ਦੇ ਉੱਤੇ ਲੱਗੂਗਾ, ਚਾਈਨੀਜ਼ ਫੁੱਟਵੀਅਰ ਦੇ ਉੱਤੇ ਲੱਗੂਗਾ। ਸੋ ਇਹ ਵਰਕਿੰਗ ਫੈਮਿਲੀ ਜਿਹੜੀਆਂ ਅਮਰੀਕਾ ਦੇ ਵਿੱਚ ਆ ਉਹਨਾਂ ਦੇ ਲਈ ਇਹ ਹਾਰਡ ਹੋਊਗਾ। ਉਸ ਤੋਂ ਬਿਨਾਂ ਜਿਹੜੀ ਤੀਜੀ ਚੀਜ਼ ਜਿਹਦੇ ਉੱਤੇ ਜ਼ਿਆਦਾ ਟੈਕਸ ਲੱਗੂਗਾ ਜੋ ਸਾਨੂੰ ਇਫੈਕਟ ਕਰੂਗੀ ਇੰਡੀਵਿਜੂਅਲ ਲੈਵਲ ਦੇ ਉੱਤੇ, ਉਹ ਹੈਗੀਆਂ ਹੋਮ ਗੁੱਡਸ। ਹੋਮ ਗੁੱਡਸ ਵੀ ਜੋ ਆ ਉਹ ਬਹੁਤ ਵੱਡਾ ਉਹਦਾ ਪੋਰਸ਼ਨ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਕਰਕੇ ਚਾਈਨਾ ਤੇ ਮੈਕਸੀਕੋ ਦੇ ਵਿੱਚ ਬਣਦਾ ਹੈਗਾ। ਸੋ ਉਹਦਾ ਵੀ ਅਸਰ ਲੋਕਾਂ ਤੇ ਹੋਊਗਾ। ਤੇ ਚੌਥਾ ਹੈਗਾ ਗੈਸ ਪ੍ਰਾਈਸਿਸ। ਕਹਿੰਦੇ ਵੀ 25% ਟੈਰਿਫ ਜੇ ਕੈਨੇਡੀਅਨ ਇੰਪੋਰਟਸ ਦੇ ਉੱਤੇ ਲੱਗਦਾ ਹੈਗਾ ਤੇ ਜੋ ਕਰੂਡ ਆਇਲ ਆ ਇੰਪੋਰਟ ਕੀਤਾ ਜਾਂਦਾ ਵੈਸਟਰਨ ਕੈਨੇਡਾ ਤੋਂ, ਸੋ ਉਹਦੇ ਉੱਤੇ ਵੀ ਇਹ ਟੈਕਸ ਲੱਗੂਗਾ। ਪੈਟਰਿਕ ਡਿਹਾਨ ਐਨਾਲਿਸਟ ਹੈਗੇ ਗੈਸ ਬਡੀ ਦੇ। ਸੋ ਸਭ ਤੋਂ ਵੱਧ ਕਹਿੰਦੇ ਜਿਹੜੇ ਡਰਾਈਵਰਸ ਆ ਉਹ ਹਿੱਟ ਹੋਣਗੇ ਹਾਈ ਗੈਸ ਪ੍ਰਾਈਸਿਸ ਨਾਲ, ਉਹ ਖਾਸ ਕਰਕੇ ਜੋ ਗ੍ਰੇਟ ਲੇਕਸ ਵਾਲਾ, ਮਿਡ ਵੈਸਟ, ਰੌਕੀਜ਼ ਵਾਲਾ ਜੋ ਏਰੀਆ ਹੈਗਾ ਆ, ਕਿਉਂਕਿ ਇਹ ਕੈਨੇਡੀਅਨ ਕਰੂਡ ਆਇਲ ਇਧਰੋਂ ਇਸ ਅਮਰੀਕਾ ਦੇ ਹਿੱਸੇ ਦੇ ਵਿੱਚ ਜ਼ਿਆਦਾ ਆਉਂਦਾ ਹੈ। ਕਹਿੰਦੇ ਵੀ 25 ਸੈਂਟ ਤੋਂ ਲੈ ਕੇ 75 ਸੈਂਟ ਇੱਕ ਗੈਲਨ ਤੱਕ ਜੋ ਗੈਸ ਦੀਆਂ ਪ੍ਰਾਈਸਿਸ ਆ ਵਧਣਗੀਆਂ। ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਤੁਸੀਂ ਯਾਦ ਕਰ ਲਓ ਜਦੋਂ ਮੈਂ ਪ੍ਰੈਜ਼ੀਡੈਂਟ ਸੀ ਉਹ ਉਸ ਟਾਈਮ ਦੇ ਉੱਤੇ ਕੀ ਗੈਸ ਦੀ ਪ੍ਰਾਈਸ ਸੀ, ਵੀ ਮੈਂ ਗੈਸ ਦੀ ਪ੍ਰਾਈਸ ਉਸ ਸਮੇਂ ਵਾਲੀ ਜਿਹੜੀ ਲੈ ਕੇ ਆਊਂਗਾ। ਆਪਾਂ ਨੂੰ ਪਤਾ ਹੈ ਵੀ ਉਸ ਟਾਈਮ ਦੇ ਉੱਤੇ $3 ਤੋਂ ਵੀ ਥੱਲੇ ਜਿਹੜੀ ਗੈਸ ਆ ਉਹ ਹੋ ਗਈ ਸੀ। ਸੋ ਹੁਣ ਇਹ ਸਾਰਾ ਕੁਝ 20 ਜਨਵਰੀ ਤੋਂ ਬਾਅਦ ਹੀ ਪਤਾ ਲੱਗੂਗਾ ਜਦੋਂ ਟਰੰਪ ਹੁਣੀ ਆਪਣਾ ਆਫਿਸ ਸੰਭਾਲਦੇ ਹੈਗੇ ਆ, ਕਿਹੜੀਆਂ ਚੀਜ਼ਾਂ ਦੇ ਉੱਤੇ ਕਿੰਨਾ ਟੈਰਿਫ ਲੱਗਦਾ, ਕਿਹੜੇ ਮੁਲਕ ਤੋਂ ਕਿਹੜੀ ਜਿਹੜਾ ਸਮਾਨ ਆਉਂਦਾ ਉਹਨਾਂ ਦੇ ਉੱਤੇ ਐਕਸਟਰਾ ਜਿਹੜਾ ਟੈਰਿਫ ਆ ਉਹ ਲੱਗੂਗਾ।